Dear students, today we will discuss accounting for partnership firms. ਇਸ ਯੂਨਿਟ ਦੇ ਅੰਡਰ ਅਸੀਂ ਟੌਪਿਕ ਕਰਾਂਗੇ ਕਿ ਪਾਰਟਨਰਸ਼ਿਪ ਕੀ ਹੈ, ਇਸ ਦੀਆਂ ਕੀ ਫੀਚਰਸ ਨੇ, ਪਾਰਟਨਰਸ਼ਿਪ ਡੀਡ ਕੀ ਹੈ, ਪਾਰਟਨਰਸ਼ਿਪ ਡੀਡ ਦਾ ਮੀਨਿੰਗ, ਇਨ ਦੇ ਕੰਟੈਂਟਸ ਐਂਡ ਇੰਪੋਰਟੈਂਸ ਆਫ ਪਾਰਟਨਰਸ਼ਿਪ ਡੀਡ। ਇਸ ਦੇ ਨਾਲ ਹੀ ਅਸੀਂ ਟੌਪਿਕ ਡਿਸਕਸ ਕਰਾਂਗੇ provision of the Indian Partnership Act 1932 in the absence of partnership deed। ਤਾਂ ਅਸੀਂ ਸ਼ੁਰੂ ਕਰਾਂਗੇ ਮੀਨਿੰਗ ਆਫ ਪਾਰਟਨਰਸ਼ਿਪ। ਇਕਲੌਤਾ ਮਲਕੀਅਤ ਵਾਲੇ ਵਪਾਰ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹੋਣ ਦੇ ਕਾਰਨ ਇੱਕ ਨਵੀਂ ਤਰ੍ਹਾਂ ਦੇ ਵਪਾਰਕ ਸੰਗਠਨ ਦਾ ਵਿਕਾਸ ਹੋਇਆ। ਪਿਆਰੇ ਵਿਦਿਆਰਥੀਓ, ਜਦੋਂ ਇੱਕ ਸੋਲ ਟਰੇਡਰ ਇੱਕ ਇਕਲੌਤਾ ਮਲਕੀਅਤ ਵਾਲਾ ਵਪਾਰੀ ਜਦੋਂ ਵਪਾਰ ਕਰਦਾ ਹੈ ਤਾਂ ਉਸ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਕਿ ਉਸ ਕੋਲ ਪੂੰਜੀ ਦੀ ਕਮੀ ਹੈ, ਉਸ ਕੋਲ ਮੈਨ ਪਾਵਰ ਦੀ ਕਮੀ ਹੈ। ਅੱਜ ਕੱਲ੍ਹ ਦੇ ਕੰਪੀਟੀਸ਼ਨ ਦੇ ਜ਼ਮਾਨੇ ਦੇ ਵਿੱਚ ਮਾਰਕੀਟ ਦੇ ਵਿੱਚ ਫੇਸ ਕਰਨ ਦੇ ਲਈ ਪੂੰਜੀ ਦਾ ਜ਼ਿਆਦਾ ਹੋਣਾ ਜ਼ਰੂਰੀ ਹੈ, ਮੈਨ ਪਾਵਰ ਦਾ ਹੋਣਾ ਜ਼ਿਆਦਾ ਜ਼ਰੂਰੀ ਹੈ। ਇਹਨਾਂ ਸਾਰੀਆਂ ਚੀਜ਼ਾਂ ਦੀਆਂ ਕਮੀਆਂ ਨੂੰ ਦੂਰ ਕਰਨ ਦੇ ਲਈ ਇਸ ਤਰ੍ਹਾਂ ਦੇ ਵਪਾਰਕ ਸੰਗਠਨ ਵਿੱਚ ਪੂੰਜੀ ਅਤੇ ਕੌਸ਼ਲ ਦਾ ਮਿਸ਼ਰਣ ਹੈ ਤਾਂ ਉਹ ਹੈ ਸਾਡੇ ਕੋਲ ਸਾਂਝੇਦਾਰੀ ਪਾਰਟਨਰਸ਼ਿਪ। ਇਸ ਵਿੱਚ ਵਪਾਰ ਨੂੰ ਹੋਣ ਵਾਲੇ ਜੋਖਮ ਦੀ ਵੰਡ ਹੋ ਜਾਂਦੀ ਹੈ। ਜਦੋਂ ਇੱਕ ਤੋਂ ਜ਼ਿਆਦਾ ਜਣੇ ਵਪਾਰ ਨੂੰ ਚਲਾਉਣਗੇ ਤਾਂ ਉਹਦੇ ਵਿੱਚ ਜਿੰਨਾ ਵੀ ਪਿਆਰੇ ਵਿਦਿਆਰਥੀਓ ਰਿਸਕ ਹੋਏਗਾ ਉਹ ਰਿਸਕ ਸਾਰੇ ਦਾ ਸਾਰਾ ਆਪਸ ਵਿੱਚ ਵੰਡਿਆ ਜਾਵੇਗਾ। ਇਸ ਨੂੰ ਸਾਂਝੇਦਾਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸਾਂਝੇਦਾਰੀ ਉਸ ਸਮੇਂ ਹੋਂਦ ਵਿੱਚ ਆਉਂਦੀ ਹੈ ਜਦੋਂ ਦੋ ਜਾਂ ਦੋ ਤੋਂ ਜ਼ਿਆਦਾ ਵਿਅਕਤੀ ਵਪਾਰ ਨੂੰ ਕਰਨ ਦਾ ਸਮਝੌਤਾ ਕਰਦੇ ਹਨ। ਪਿਆਰੇ ਵਿਦਿਆਰਥੀਓ, ਇਸ ਗੱਲ ਦਾ ਯਾਦ ਰੱਖਣਾ ਹੈ ਕਿ ਜਦੋਂ ਦੋ ਜਾਂ ਦੋ ਤੋਂ ਜ਼ਿਆਦਾ ਵਿਅਕਤੀ ਮਿਲ ਕੇ ਵਪਾਰ ਨੂੰ ਕਰਨ ਦਾ ਸਮਝੌਤਾ ਕਰਦੇ ਹਨ ਅਤੇ ਲਾਭ ਹਾਨੀ ਨੂੰ ਤੈਅ ਕੀਤੇ ਗਏ ਅਨੁਪਾਤ ਵਿੱਚ ਵੰਡਦੇ ਹਨ ਤਾਂ ਇਸ ਨੂੰ ਅਸੀਂ ਪਾਰਟਨਰਸ਼ਿਪ ਦੇ ਨਾਮ ਨਾਲ ਜਾਣਦੇ ਹਾਂ। ਭਾਰਤੀ ਸਾਂਝੇਦਾਰੀ ਐਕਟ 1932 ਦੀ ਧਾਰਾ 4 ਅਨੁਸਾਰ ਅਸੀਂ ਪਾਰਟਨਰਸ਼ਿਪ ਨੂੰ ਡਿਫਾਈਨਡ ਕਰਦੇ ਹਾਂ, ਪਰਿਭਾਸ਼ਿਤ ਕਰਦੇ ਹਾਂ। ਹੁਣ ਇਸ ਦੀ ਪਰਿਭਾਸ਼ਾ ਕੀ ਹੈ? ਸਾਂਝੇਦਾਰੀ ਵਿਅਕਤੀਆਂ ਵਿੱਚ ਉਹ ਸੰਬੰਧ ਹੈ ਜਿਸ ਰਾਹੀਂ ਉਹ ਇੱਕ ਕਾਰੋਬਾਰ ਦਾ ਲਾਭ ਵੰਡਣ ਲਈ ਸਹਿਮਤ ਹੁੰਦੇ ਹਨ, ਜਿਹੜਾ ਸਾਰਿਆਂ ਦੁਆਰਾ ਚਲਾਇਆ ਜਾਂਦਾ ਹੈ ਜਾਂ ਕੋਈ ਇੱਕ ਵਿਅਕਤੀ ਦੂਸਰਿਆਂ ਦੇ ਆਧਾਰ ਉੱਪਰ ਕਾਰੋਬਾਰ ਚਲਾਉਂਦਾ ਹੈ। ਹੁਣ ਇਸ ਡੈਫੀਨੇਸ਼ਨ ਤੋਂ ਸਾਨੂੰ ਕੀ ਕਲੀਅਰ ਹੋ ਰਿਹਾ ਹੈ ਕਿ ਸਾਂਝੇਦਾਰੀ ਵਿਅਕਤੀਆਂ ਵਿੱਚ ਸੰਬੰਧ ਹੈ ਜਿਸ ਰਾਹੀਂ ਉਹ ਇੱਕ ਕਾਰੋਬਾਰ ਨੂੰ ਚਲਾਉਂਦੇ ਹਨ ਅਤੇ ਲਾਭ ਵੰਡਣ ਲਈ ਸਹਿਮਤ ਹਨ, ਜਾਂ ਤਾਂ ਫਿਰ ਸਾਰੇ ਮਿਲ ਕੇ ਉਸ ਵਪਾਰ ਨੂੰ ਚਲਾਉਂਦੇ ਹਨ ਜਾਂ ਉਹਨਾਂ ਦੇ ਵਿੱਚੋਂ ਕੋਈ ਇੱਕ ਵਿਅਕਤੀ ਦੂਸਰਿਆਂ ਦੇ ਆਧਾਰ ਉੱਪਰ ਕਾਰੋਬਾਰ ਨੂੰ ਚਲਾਉਂਦਾ ਹੈ। ਹੁਣ ਅਸੀਂ ਇਸ ਨੂੰ ਡੈਫੀਨੇਸ਼ਨ ਸੈਕਸ਼ਨ 4 ਆਫ ਦੀ ਇੰਡੀਅਨ ਪਾਰਟਨਰਸ਼ਿਪ ਐਕਟ 1932 ਦੇ ਰਾਹੀਂ ਇੰਗਲਿਸ਼ ਦੇ ਵਿੱਚ ਡਿਫਾਈਨਡ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਪਾਰਟਨਰਸ਼ਿਪ ਇਜ਼ ਦੀ ਰਿਲੇਸ਼ਨ between persons who have agreed to share the profits of a business carried on by all or any of them acting for all। ਪਿਆਰੇ ਵਿਦਿਆਰਥੀਓ, ਇਹ ਤਾਂ ਸਾਡੇ ਕੋਲ ਪੰਜਾਬੀ ਅਤੇ ਇੰਗਲਿਸ਼ ਦੇ ਵਿੱਚ ਡੈਫੀਨੇਸ਼ਨ ਦੇ ਰਾਹੀਂ, ਪਰਿਭਾਸ਼ਾ ਦੇ ਰਾਹੀਂ ਅਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਯਾਦ ਰੱਖਣਾ ਕਿ ਪਾਰਟਨਰਸ਼ਿਪ ਦਾ ਐਕਟ ਕਿਹੜਾ ਹੈ ਜੀ? 1932। ਔਰ ਇਸ ਨੂੰ ਕਿਹੜੇ ਸੈਕਸ਼ਨ ਦੇ ਰਾਹੀਂ ਡਿਫਾਈਨਡ ਕੀਤਾ ਜਾਂਦਾ ਹੈ? ਸੈਕਸ਼ਨ ਨੰਬਰ 4। ਇਸ ਤੋਂ ਅੱਗੇ ਅਸੀਂ ਪੜ੍ਹਦੇ ਹਾਂ ਜੀ ਪਾਰਟਨਰਸ਼ਿਪ ਦੀਆਂ ਵਿਸ਼ੇਸ਼ਤਾਵਾਂ ਕੀ ਹਨ, ਇਸ ਦੀਆਂ ਫੀਚਰਸ ਕੀ ਹਨ, ਇਸ ਦੇ ਐਲੀਮੈਂਟਸ ਕੀ ਹਨ, ਇਸ ਦੀਆਂ ਕਰੈਕਟਰਿਸਟਿਕਸ ਕੀ ਹਨ। ਇਹਨਾਂ ਵਿੱਚ ਕੁਝ ਵੀ ਲਿਖਿਆ ਆ ਜਾਏ ਤਾਂ ਅਸੀਂ ਹਮੇਸ਼ਾ ਸਾਂਝੇਦਾਰੀ ਦੀਆਂ ਵਿਸ਼ੇਸ਼ਤਾਵਾਂ ਹੀ ਲਿਖਣੀਆਂ ਹਨ। ਸਭ ਤੋਂ ਪਹਿਲਾਂ ਹੈ ਜੀ ਦੋ ਜਾਂ ਦੋ ਤੋਂ ਜ਼ਿਆਦਾ ਸਾਂਝੇਦਾਰ। ਸਭ ਤੋਂ ਪਹਿਲੇ ਵਿਸ਼ੇਸ਼ਤਾ ਕੀ ਹੈ ਕਿ ਇਸ ਦੇ ਵਿੱਚ ਦੋ ਜਾਂ ਇਸ ਤੋਂ ਜ਼ਿਆਦਾ ਸਾਂਝੇਦਾਰ ਹੁੰਦੇ ਹਨ। ਸਾਂਝੇਦਾਰੀ ਫਰਮ ਨੂੰ
ਹੋਂਦ ਵਿੱਚ ਲਿਆਉਣ ਲਈ ਘੱਟ ਤੋਂ ਘੱਟ 2 ਵਿਅਕਤੀਆਂ ਦਾ ਹੋਣਾ ਜ਼ਰੂਰੀ ਹੈ। ਸਾਂਝੇਦਾਰੀ ਐਕਟ ਅਨੁਸਾਰ ਸਾਂਝੇਦਾਰੀ ਵਿੱਚ ਵੱਧ ਤੋਂ ਵੱਧ ਗਿਣਤੀ ਨਹੀਂ ਦਿੱਤੀ ਗਈ ਹੈ। ਪਿਆਰੇ ਵਿਦਿਆਰਥੀਓ, ਜੋ ਸਾਡੇ ਕੋਲ ਪਾਰਟਨਰਸ਼ਿਪ ਐਕਟ 1932 ਹੈ, ਉਸ ਦੇ ਵਿੱਚ ਵੱਧ ਤੋਂ ਵੱਧ ਕਿੰਨੇ ਸਾਂਝੇਦਾਰ ਹੋ ਸਕਦੇ ਹਨ ਉਹ ਡਿਫਾਈਨਡ ਨਹੀਂ ਕਰਦਾ ਹੈ। ਪਰੰਤੂ ਕੰਪਨੀਜ਼ ਐਕਟ 2013 ਦੀ ਧਾਰਾ 464 ਅਨੁਸਾਰ ਸਾਂਝੇਦਾਰੀ ਫਰਮ ਵਿੱਚ 50 ਸਾਂਝੇਦਾਰਾਂ ਤੋਂ ਵੱਧ ਗਿਣਤੀ ਨਹੀਂ ਹੋਣੀ ਚਾਹੀਦੀ। ਤਾਂ ਅਸੀਂ ਇਹਨੂੰ ਇੱਕ ਵਾਰ ਫਿਰ ਰਿਵਾਈਜ਼ ਕਰਦੇ ਹਾਂ ਕਿ ਫਰਮ ਦੇ ਵਿੱਚ ਘੱਟ ਤੋਂ ਘੱਟ ਕਿੰਨੇ ਵਿਅਕਤੀ ਹੋ ਸਕਦੇ ਹਨ? 2। ਵੱਧ ਤੋਂ ਵੱਧ ਪਿਆਰੇ ਵਿਦਿਆਰਥੀਓ ਕਿੰਨੇ ਹੋ ਸਕਦੇ ਹਨ? 50। ਪਰ ਉਸ ਨੂੰ ਕੌਣ ਡਿਫਾਈਨਡ ਕਰਦਾ ਹੈ? ਕੰਪਨੀਜ਼ ਐਕਟ 2013 ਦੀ ਧਾਰਾ 464 ਅਨੁਸਾਰ ਫਰਮ ਵਿੱਚ ਵੱਧ ਤੋਂ ਵੱਧ 50 ਮੈਂਬਰ ਹੋ ਸਕਦੇ ਹਨ। ਇਸ ਤੋਂ ਬਾਅਦ ਸੈਕਿੰਡ ਨੰਬਰ ਸਮਝੌਤਾ। ਪਿਆਰੇ ਵਿਦਿਆਰਥੀਓ, ਜਿਹੜੇ ਪਾਰਟਨਰਸ ਆਪਸ ਦੇ ਵਿੱਚ ਸਮਝੌਤਾ ਕਰਦੇ ਹਨ ਅਸੀਂ ਉਸ ਨੂੰ ਕੀ ਕਹਿੰਦੇ ਹਾਂ? ਇੰਗਲਿਸ਼ ਵਿੱਚ ਬੋਲਦੇ ਹਾਂ ਐਗਰੀਮੈਂਟ। ਸਾਂਝੇਦਾਰੀ ਦਾ ਨਿਰਮਾਣ ਆਪਸੀ ਸਮਝੌਤਿਆਂ ਕਾਰਨ ਹੁੰਦਾ ਹੈ। ਇਹ ਸਮਝੌਤਾ ਲਿਖਤੀ ਜਾਂ ਜ਼ੁਬਾਨੀ ਹੋ ਸਕਦਾ ਹੈ। ਲਿਖਤੀ ਸਮਝੌਤੇ ਨੂੰ ਸਾਂਝੇਦਾਰੀ ਦਸਤਾਵੇਜ਼ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਨੈਕਸਟ ਨੰਬਰ ਹੈ ਲਾਫੁਲ ਬਿਜ਼ਨਸ, ਕਾਨੂੰਨੀ ਕਾਰੋਬਾਰ। ਸਾਂਝੇਦਾਰੀ ਸਮਝੌਤਾ ਵਿਧੀ ਪੂਰਵਕ ਵਪਾਰ ਚਲਾਉਣ ਲਈ ਹੋਣਾ ਚਾਹੀਦਾ ਹੈ। ਗੈਰ ਕਾਨੂੰਨੀ ਵਪਾਰ ਚਲਾਉਣ ਲਈ ਕੀਤਾ ਗਿਆ ਸਮਝੌਤਾ ਸਾਂਝੇਦਾਰੀ ਨਹੀਂ ਹੋਵੇਗਾ। ਪਿਆਰੇ ਵਿਦਿਆਰਥੀਓ, ਮੰਨ ਲਓ 6 ਪਰਸਨ ਮਿਲ ਕੇ ਇੱਕ ਸਾਂਝੇਦਾਰੀ ਫਰਮ ਚਲਾਉਂਦੇ ਹਨ ਔਰ ਉਹ ਕੋਈ ਗੈਰ ਕਾਨੂੰਨੀ ਕੰਮ ਕਰਦੇ ਹਨ, ਜਿਹੜਾ ਕੰਮ ਨੂੰ ਸਰਕਾਰ ਇਜਾਜ਼ਤ ਨਹੀਂ ਦਿੰਦੀ, ਸਾਡਾ ਕਾਨੂੰਨ ਇਜਾਜ਼ਤ ਨਹੀਂ ਦਿੰਦਾ, ਉਹ ਵਾਲਾ ਕੰਮ ਪਾਰਟਨਰਸ਼ਿਪ ਦੇ ਵਿੱਚ ਕਦੇ ਵੀ ਕਾਊਂਟ ਨਹੀਂ ਕੀਤਾ ਜਾਂਦਾ, ਕਦੇ ਵੀ ਉਸ ਨੂੰ ਨਹੀਂ ਲਿਆ ਜਾਂਦਾ। ਭਾਵ ਜੋ ਵੀ ਕਾਰੋਬਾਰ ਕਰਨਾ ਹੈ, ਜੋ ਵੀ ਬਿਜ਼ਨਸ ਕਰਨਾ ਹੈ, ਪਿਆਰੇ ਵਿਦਿਆਰਥੀਓ, ਜੋ ਵੀ ਵਪਾਰ ਕਰਨਾ ਹੈ ਉਹ ਲਾਫੁਲ ਹੋਣਾ ਜ਼ਰੂਰੀ ਹੈ। ਇਸ ਤੋਂ ਬਾਅਦ ਹੈ ਲਾਭ ਦੀ ਵੰਡ, ਪ੍ਰੋਫਿਟ ਸ਼ੇਅਰਿੰਗ ਰੇਸ਼ੋ। ਸਾਂਝੇਦਾਰੀ ਵਿੱਚ ਸਮਝੌਤਾ ਵਪਾਰ ਦੇ ਲਾਭ ਅਤੇ ਹਾਨੀ ਨੂੰ ਸਾਂਝੇਦਾਰਾਂ ਵਿੱਚ ਵੰਡਣ ਲਈ ਹੋਣਾ ਚਾਹੀਦਾ ਹੈ। ਸਾਂਝੇਦਾਰੀ ਦਸਤਾਵੇਜ਼ ਵਿੱਚ ਸਾਂਝੇਦਾਰਾਂ ਦੇ ਲਾਭ ਵੰਡ ਅਨੁਪਾਤ ਦਾ ਵਰਣਨ ਹੋਣਾ ਚਾਹੀਦਾ ਹੈ। ਪਿਆਰੇ ਵਿਦਿਆਰਥੀਓ, ਸਾਨੂੰ ਇਹ ਵਿਸ਼ੇਸ਼ਤਾ ਦੱਸਦੀ ਹੈ ਕਿ ਜਦੋਂ ਵੀ ਸਾਂਝੇਦਾਰ ਇੱਕ ਬਿਜ਼ਨਸ ਨੂੰ ਚਲਾਉਂਦੇ ਹਨ ਤਾਂ ਉਹਨਾਂ ਦੀ ਜਿਹੜੀ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਹੈ ਉਸ ਦਾ ਵਰਣਨ ਡੀਡ ਦੇ ਵਿੱਚ, ਪਾਰਟਨਰਸ਼ਿਪ ਦੇ ਵਿੱਚ ਹੁੰਦਾ ਹੈ। ਉਹ ਡਿਸਾਈਡ ਕਰਦੇ ਹਨ ਕਿ ਅਸੀਂ ਪ੍ਰੋਫਿਟ ਨੂੰ ਕਿਹੜੀ ਰੇਸ਼ੋ ਦੇ ਵਿੱਚ ਵੰਡਣਾ ਹੈ। ਇਸ ਤੋਂ ਬਾਅਦ ਸਾਡੇ ਕੋਲ ਮਹੱਤਵਪੂਰਨ ਵਿਸ਼ੇਸ਼ਤਾ ਕੀ ਹੈ ਕਿ ਮਾਲਕ ਅਤੇ ਏਜੰਟ ਦਾ ਸਬੰਧ, ਰਿਲੇਸ਼ਨ ਆਫ ਪ੍ਰਿੰਸੀਪਲ ਐਂਡ ਏਜੰਟ। ਸਾਂਝੇਦਾਰੀ ਵਿੱਚ ਸਾਂਝੇਦਾਰਾਂ ਵਿਚਕਾਰ ਪ੍ਰਿੰਸੀਪਲ ਅਤੇ ਏਜੰਟ ਦਾ ਸਬੰਧ ਮੌਜੂਦ ਹੁੰਦਾ ਹੈ। ਹਰੇਕ ਸਾਂਝੇਦਾਰ ਫਰਮ ਦਾ ਏਜੰਟ ਹੁੰਦਾ ਹੈ ਅਤੇ ਉਹ ਫਰਮ ਲਈ ਕੀਤੇ ਗਏ ਕੰਮਾਂ ਕਾਜਾਂ ਨਾਲ ਫਰਮ ਨੂੰ ਮਜਬੂਰ ਕਰ ਸਕਦਾ ਹੈ। ਉਹ ਪ੍ਰਧਾਨ ਦੇ ਰੂਪ ਵਿੱਚ ਵੀ ਕੰਮ ਕਰਦਾ ਹੈ ਕਿਉਂਕਿ ਉਹ ਦੂਜੇ ਸਾਂਝੇਦਾਰੀ ਕੰਮਾਂ ਕਾਜਾਂ ਤੋਂ ਆਪ ਮਜਬੂਰ ਹੁੰਦਾ ਹੈ। ਅਸੀਂ ਇਸ ਨੂੰ ਹੋਰ ਸੌਖੀ ਭਾਸ਼ਾ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਦੋਂ ਵੀ ਮੰਨ ਲਓ ਸਾਡੇ ਕੋਲ 4 ਸਾਂਝੇਦਾਰ ਹਨ, 4 ਸਾਂਝੇਦਾਰ ਰਲ ਕੇ ਇੱਕ ਬਿਜ਼ਨਸ ਨੂੰ ਚਲਾ ਰਹੇ ਹਨ। ਸਪੋਜ਼ ਉਹਨਾਂ 4 ਦੇ ਬਿਹਾਫ 'ਤੇ ਇੱਕ ਪਰਸਨ ਮਾਰਕੀਟ ਦੇ ਵਿੱਚ ਫਰਮ ਦੇ ਕੰਮ ਕਾਜਾਂ ਲਈ ਫਰਮ ਲਈ ਜਾ ਕੇ ਕੰਮ ਕਰ ਰਿਹਾ ਹੈ, ਤਾਂ ਪਿਆਰੇ ਵਿਦਿਆਰਥੀਓ, ਉਹ ਜਿੰਨੇ ਵੀ ਫਰਮ ਦੇ ਸੰਬੰਧੀ ਕੰਮ ਹਨ ਜਾਂ ਕੋਈ ਸਮਝੌਤੇ ਹਨ, ਉਹ ਜਿੰਨੇ ਵੀ ਕਰਕੇ ਆਉਂਦਾ ਹੈ ਉਹਨਾਂ ਸਾਰਿਆਂ ਦੇ ਲਈ ਬਾਕੀ ਸਾਰੇ ਮੈਂਬਰ ਲਾਇਬਲ ਹੋਣਗੇ, ਜ਼ਿੰਮੇਵਾਰ ਹੋਣਗੇ। ਇਸ ਵਾਸਤੇ ਅਸੀਂ ਕਹਿ ਸਕਦੇ ਹਾਂ ਕਿ ਮਾਲਕ ਅਤੇ ਏਜੰਟ ਦਾ ਸਬੰਧ ਹੈ। ਇਸ ਤੋਂ ਬਾਅਦ ਨੈਕਸਟ ਹੈ ਐਕਟ। ਸਾਂਝੇਦਾਰੀ ਦੇ ਕਾਰੋਬਾਰ ਉੱਪਰ ਭਾਰਤੀ ਸਾਂਝੇਦਾਰੀ ਐਕਟ 1932 ਲਾਗੂ
ਹੁੰਦਾ ਹੈ। ਪਿਆਰੇ ਵਿਦਿਆਰਥੀਓ, ਸਾਂਝੇਦਾਰੀ ਦੀ ਅਗਲੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੇ ਉੱਪਰ ਇੰਡੀਅਨ ਪਾਰਟਨਰਸ਼ਿਪ ਐਕਟ 1932 ਲਾਗੂ ਹੁੰਦਾ ਹੈ। ਸਾਂਝੇਦਾਰੀ ਵਪਾਰ ਜੇਕਰ ਐਕਟ ਦੇ ਨਿਯਮਾਂ ਦੇ ਵਿਰੁੱਧ ਜਾਵੇ ਤਾਂ ਉਹ ਅਵਿਧਾਨਿਕ ਮੰਨਿਆ ਜਾਵੇਗਾ, ਯਾਨੀ ਕਿ ਉਸ ਨੂੰ ਅਸੀਂ ਲਾਫੁਲ ਨਹੀਂ ਮੰਨਾਂਗੇ। ਜੇਕਰ ਐਕਟ ਦੇ ਬਾਹਰ ਤੋਂ ਜਾ ਕੇ ਕੰਮ ਕਰੇਗਾ ਤਾਂ ਉਸ ਨੂੰ ਸਾਂਝੇਦਾਰੀ ਨਹੀਂ ਮੰਨਿਆ ਜਾਵੇਗਾ। ਪਿਆਰੇ ਵਿਦਿਆਰਥੀਓ, ਵਿਸ਼ੇਸ਼ਤਾਵਾਂ ਕਰਨ ਤੋਂ ਬਾਅਦ ਅਸੀਂ ਨੈਕਸਟ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ। ਉਸ ਟੌਪਿਕ ਦਾ ਨਾਮ ਹੈ ਰਾਈਟਸ ਆਫ ਏ ਪਾਰਟਨਰ। ਇੱਕ ਸਾਂਝੇਦਾਰ ਦੇ ਅਧਿਕਾਰ ਕੀ ਹਨ। ਜਦੋਂ ਅਸੀਂ ਵਿਸ਼ੇਸ਼ਤਾਵਾਂ ਕਰ ਲਈਆਂ, ਵਿਸ਼ੇਸ਼ਤਾਵਾਂ ਤੋਂ ਬਾਅਦ ਹੁਣ ਸਾਡੇ ਕੋਲ ਪਾਰਟਨਰ ਹਨ। ਇੱਕ ਪਾਰਟਨਰ ਹੈ, ਉਸ ਦੇ ਕੀ ਰਾਈਟ ਹਨ, ਉਸ ਦੇ ਕੀ ਅਧਿਕਾਰ ਹਨ। ਸਭ ਤੋਂ ਪਹਿਲਾਂ ਪਿਆਰੇ ਵਿਦਿਆਰਥੀਓ, ਅਧਿਕਾਰ ਹੈ ਐਵਰੀ ਪਾਰਟਨਰ ਹੈਜ਼ ਦੀ ਰਾਈਟ ਟੂ ਸ਼ੇਅਰ ਪ੍ਰੋਫਿਟ ਔਰ ਲਾਸ ਐਟ ਐਗਰੀਡ ਰੇਸ਼ੋ। ਹਰੇਕ ਸਾਂਝੇਦਾਰ ਨੂੰ ਇਸ ਚੀਜ਼ ਦਾ ਅਧਿਕਾਰ ਹੈ ਕਿ ਉਹ ਪ੍ਰੋਫਿਟ ਦੇ ਵਿੱਚੋਂ ਹਿੱਸਾ ਲੈ ਸਕਦਾ ਹੈ। ਹਿੱਸਾ ਕਿਵੇਂ ਲਏਗਾ? ਜਿਹੜਾ ਉਹਨਾਂ ਨੇ ਐਗਰੀਡ ਰੇਸ਼ੋ ਹੈ, ਜੋ ਉਹਨਾਂ ਨੇ ਅਨੁਪਾਤ ਡਿਸਾਈਡ ਕੀਤਾ ਹੈ, ਉਸ ਅਨੁਪਾਤ ਦੇ ਨਾਲ ਲਾਭ ਦੇ ਵਿੱਚੋਂ ਹਿੱਸਾ ਲੈਣ ਦਾ ਹੱਕਦਾਰ ਹੈ, ਉਸ ਨੂੰ ਅਧਿਕਾਰ ਹੈ। ਜੇ ਉਹਨਾਂ ਨੇ ਡਿਸਾਈਡ ਕੀਤਾ ਕਿ ਬਰਾਬਰ ਪ੍ਰੋਫਿਟ ਵੰਡਣਾ ਹੈ ਤਾਂ ਉਹ ਆਧਾ ਪ੍ਰੋਫਿਟ ਬਰਾਬਰ ਲਏਗਾ। ਜੇ ਉਹਨਾਂ ਨੇ ਡਿਸਾਈਡ ਕੀਤਾ 4 ਪਾਰਟਨਰ ਨੇ, ਰੇਸ਼ੋ 3:2:1:2 ਹੈ ਤਾਂ ਉਹਦੇ ਹਿਸਾਬ ਨਾਲ ਹੀ ਆਪਦਾ ਪ੍ਰੋਫਿਟ ਲਏਗਾ। ਇਸ ਤੋਂ ਬਾਅਦ ਐਵਰੀ ਪਾਰਟਨਰ ਹੈਜ਼ ਦੀ ਰਾਈਟ ਟੂ ਟੇਕ ਪਾਰਟ ਇਨ ਦੀ ਕੰਡਕਟ ਆਫ ਦੀ ਬਿਜਨਸ। ਹਰੇਕ ਸਾਂਝੇਦਾਰ ਨੂੰ ਇਹ ਅਧਿਕਾਰ ਹੈ ਕਿ ਉਹ ਜੋ ਬਿਜਨਸ ਚੱਲ ਰਿਹਾ ਹੈ ਉਸ ਦੇ ਵਿੱਚ ਹਿੱਸਾ ਲੈ ਸਕਦਾ ਹੈ। ਜੋ ਬਿਜਨਸ ਚਲਾਇਆ ਜਾ ਰਿਹਾ ਹੈ ਉਸ ਦੇ ਵਿੱਚ ਪਾਰਟੀਸਪੇਟ ਕਰਨ ਦਾ ਉਸ ਨੂੰ ਪੂਰਾ ਅਧਿਕਾਰ ਹੈ। ਇਸ ਤੋਂ ਅੱਗੇ ਹੈ ਐਵਰੀ ਪਾਰਟਨਰ ਹੈਜ਼ ਦੀ ਰਾਈਟ ਟੂ ਕੰਸਲਟੇਡ ਇਨ ਦੀ ਮੈਟਰਸ ਰਿਲੇਟਿਡ ਟੂ ਬਿਜਨਸ। ਮੰਨ ਲਓ ਉਹਨਾਂ ਨੇ ਆਪਸ ਵਿੱਚ ਕੋਈ ਸਲਾਹ ਮਸ਼ਵਰਾ ਕਰਨਾ ਹੈ, ਕਿਸੇ ਤਰ੍ਹਾਂ ਦਾ ਕੋਈ ਡਿਸੀਜ਼ਨ ਲੈਣਾ ਹੈ, ਤਾਂ ਹਰੇਕ ਪਾਰਟਨਰ ਨੂੰ ਇਸ ਚੀਜ਼ ਦਾ ਰਾਈਟ ਹੈ ਕਿ ਉਹ ਰਲ ਕੇ ਬੈਠ ਕੇ ਸਲਾਹ ਮਸ਼ਵਰਾ ਕਰਕੇ ਹੀ ਬਿਜਨਸ ਨੂੰ ਭਵਿੱਖ ਵਿੱਚ ਕਿਵੇਂ ਚਲਾਉਣਾ ਹੈ, ਹੋਰ ਬਿਜਨਸ ਸੰਬੰਧੀ ਕੀ ਫੈਸਲੇ ਲੈਣੇ ਹਨ, ਸਾਰਾ ਕੁਝ ਬੈਠ ਕੇ ਅਧਿਕਾਰ ਹੈ ਕਿ ਉਹ ਫੈਸਲੇ ਲੈ ਸਕਦੇ ਹਨ। ਐਵਰੀ ਪਾਰਟਨਰ ਹੈਜ਼ ਦੀ ਰਾਈਟ ਟੂ ਇੰਸਪੈਕਟ ਦੀ ਬੁੱਕਸ ਆਫ ਅਕਾਊਂਟ। ਹਰੇਕ ਪਾਰਟਨਰ ਨੂੰ ਇਸ ਦਾ ਰਾਈਟ ਹੈ ਕਿ ਉਹ 24 ਘੰਟਿਆਂ ਦੌਰਾਨ ਕਦੇ ਵੀ ਆ ਕੇ ਆਪਦੀ ਪਾਰਟਨਰਸ਼ਿਪ ਫਰਮ ਦੀਆਂ ਕਦੀ ਵੀ ਜਿਹੜੀਆਂ ਬੁੱਕਸ ਨੇ ਉਹਨਾਂ ਨੂੰ ਚੈੱਕ ਕਰ ਸਕਦਾ ਹੈ, ਉਸ ਨੂੰ ਦੇਖ ਸਕਦਾ ਹੈ ਕਿ ਅੱਜ ਅਸੀਂ ਕਿੰਨਾ ਡੀਲ ਕੀਤਾ ਹੈ, ਅੱਜ ਸਾਡੇ ਕੋਲ ਕਿੰਨਾ ਕੈਸ਼ ਆਇਆ ਹੈ, ਅੱਜ ਅਸੀਂ ਕਿੰਨੀਆਂ ਗੁੱਡਸ ਖਰੀਦੀਆਂ ਹਨ, ਅੱਜ ਅਸੀਂ ਕਿੰਨੀਆਂ ਗੁੱਡਸ ਵੇਚੀਆਂ ਹਨ। ਇਹ ਸਾਰਾ ਕੁਝ ਰਾਈਟ ਹਰੇਕ ਪਾਰਟਨਰ ਨੂੰ ਹੈ। ਇਸ ਤੋਂ ਬਾਅਦ ਐਵਰੀ ਪਾਰਟਨਰ ਹੈਜ਼ ਦੀ ਰਾਈਟ ਟੂ ਡਿਸਅਲਾਓ ਦੀ ਐਡਮਿਸ਼ਨ ਆਫ ਏ ਨਿਊ ਪਾਰਟਨਰ। ਮੰਨ ਲਓ ਪਹਿਲਾਂ 4 ਪਾਰਟਨਰ ਕੰਮ ਕਰ ਰਹੇ ਹਨ, ਜੇ ਉਹ ਇੱਕ ਨਵੇਂ ਪਾਰਟਨਰ ਨੂੰ ਹੋਰ ਐਡਮਿਸ਼ਨ ਦੇਣਾ ਚਾਹੁੰਦੇ ਹਨ ਤਾਂ ਸਾਰੇ ਪਾਰਟਨਰ ਦੇ ਸਲਾਹ ਮਸ਼ਵਰੇ ਤੋਂ ਬਾਅਦ ਹੀ ਕਿਸੇ ਨਵੇਂ ਪਾਰਟਨਰ ਨੂੰ ਐਜ਼ ਏ ਸਾਂਝੇਦਾਰ ਸ਼ਾਮਲ ਕੀਤਾ ਜਾ ਸਕਦਾ ਹੈ। ਜੇ ਮੰਨ ਲਓ 4 ਪਾਰਟਨਰ ਦੇ ਵਿੱਚੋਂ ਇੱਕ ਪਾਰਟਨਰ ਵੀ ਕਹਿੰਦਾ ਹੈ ਕਿ ਅਸੀਂ ਨਵੇਂ ਪਾਰਟਨਰ ਨੂੰ ਅਲਾਉ ਨਹੀਂ ਕਰਨਾ, ਤਾਂ ਪਿਆਰੇ ਵਿਦਿਆਰਥੀਓ, ਨਵਾਂ ਪਾਰਟਨਰ ਉਦੋਂ ਤੱਕ ਸਾਂਝੇਦਾਰ ਫਰਮ ਦੇ ਵਿੱਚ ਆ ਨਹੀਂ ਸਕਦਾ। ਇਸ ਤੋਂ ਇਲਾਵਾ ਐਵਰੀ ਪਾਰਟਨਰ ਇਜ਼ ਦੀ ਜੁਆਇੰਟ ਓਨਰ ਆਫ ਦੀ ਪਾਰਟਨਰਸ਼ਿਪ ਪ੍ਰੋਪਰਟੀ। ਪਿਆਰੇ ਵਿਦਿਆਰਥੀਓ, ਪਾਰਟਨਰਸ਼ਿਪ ਦੀ ਜਿੰਨੀ ਵੀ ਜਾਇਦਾਦ ਹੈ, ਜਿੰਨੀ ਵੀ ਪ੍ਰੋਪਰਟੀ ਹੈ, ਉਸ ਸਾਰੇ ਦਾ ਜੁਆਇੰਟ ਓਨਰ ਹੈ, ਸਾਂਝਾ ਮਾਲਕ ਹੈ। ਕੌਣ? ਹਰੇਕ ਪਾਰਟਨਰ। ਇਹ ਉਸ ਨੂੰ ਅਧਿਕਾਰ ਹੈ ਕਿ ਉਹ ਪ੍ਰਾਪਰਟੀ ਦਾ ਸਾਂਝੇਦਾਰ ਹੈ। ਇਫ ਏ ਪਾਰਟਨਰ ਹੈਜ਼ ਗਿਵਨ ਲੋਨ ਟੂ ਦੀ ਫਰਮ, he has a right to receive interest at agreed rate. If the rate of interest is not agreed, it is paid at the rate of 6% per annum. ਪਿਆਰੇ ਵਿਦਿਆਰਥੀਓ, ਮੰਨ ਲਓ ਕਿਸੇ ਪਾਰਟਨਰ ਨੇ ਫਰਮ ਨੂੰ ਲੋਨ ਦਿੱਤਾ ਹੈ, ਵਿਆਜ 'ਤੇ ਪੈਸੇ ਦਿੱਤੇ ਹਨ। ਜੇ ਤਾਂ ਉਹਨਾਂ ਦਾ ਰੇਟ ਫਾਈਨਲ ਹੈ ਕਿ ਰੇਟ ਫਿਕਸ ਕਰ ਦਿੱਤਾ ਗਿਆ ਕਿ ਇਸ ਰੇਟ ਨਾਲ ਅਸੀਂ ਇਸ ਜਿਹੜਾ ਲੋਨ ਲਿਆ ਹੋਇਆ ਹੈ
ਇਹਦੇ ਉੱਪਰ ਵਿਆਜ ਦੇਵਾਂਗੇ। ਬਟ ਇਫ ਇਟ ਇਜ਼ ਨਾਟ ਕਲੀਅਰ, ਇਫ ਇਟ ਇਜ਼ ਨਾਟ ਐਗਰੀਡ, ਤਾਂ ਉਹ ਜਿਹੜਾ ਪਾਰਟਨਰ ਹੈ ਉਸ ਨੂੰ ਰਾਈਟ ਹੈ, ਉਸ ਨੂੰ ਅਧਿਕਾਰ ਹੈ ਕਿ ਉਹ 6% ਸਾਲਾਨਾ ਦੀ ਦਰ ਨਾਲ ਫਰਮ ਕੋਲੋਂ ਵਿਆਜ ਲੈ ਸਕਦਾ ਹੈ। ਇਹ ਬਹੁਤ ਹੀ ਇੰਪੋਰਟੈਂਟ ਹੈ, ਇਸ ਨੂੰ ਯਾਦ ਰੱਖਣਾ ਹੈ ਕਿ ਜੇਕਰ ਕੋਈ ਪਾਰਟਨਰ ਫਰਮ ਨੂੰ ਲੋਨ ਦਿੰਦਾ ਹੈ ਤਾਂ ਪਿਆਰੇ ਵਿਦਿਆਰਥੀਓ ਉਹ 6% ਦੇ ਹਿਸਾਬ ਨਾਲ ਵਿਆਜ ਲੈਣ ਦਾ ਹੱਕਦਾਰ ਹੈ। ਇਹ ਤਾਂ ਸੀ ਸਾਡੇ ਕੋਲ ਰਾਈਟਸ ਆਫ ਪਾਰਟਨਰ। ਇਸ ਤੋਂ ਅੱਗੇ ਅਸੀਂ ਡਿਸਕਸ ਕਰਾਂਗੇ ਜੀ ਪਾਰਟਨਰਸ਼ਿਪ ਡੀਡ। ਪਾਰਟਨਰਸ਼ਿਪ ਡੀਡ ਕੀ ਹੁੰਦੀ ਹੈ? ਅਸੀਂ ਕਹਿ ਲਈਏ ਕਿ ਪਾਰਟਨਰਸ ਦੇ ਵਿੱਚ ਇਕਰਾਰਨਾਮਾ ਕੀ ਹੈ, ਉਹਨਾਂ ਦੇ ਵਿੱਚ ਜੋ ਲਿਖਤੀ ਹੈ ਰਿਟਨ ਡਾਕੂਮੈਂਟ ਹੁੰਦਾ ਹੈ ਉਸ ਨੂੰ ਅਸੀਂ ਪਾਰਟਨਰਸ਼ਿਪ ਡੀਡ ਦੇ ਨਾਂ ਨਾਲ ਜਾਣਦੇ ਹਾਂ। ਸਾਂਝੇਦਾਰੀ ਦੀ ਇੱਕ ਪ੍ਰਮੁੱਖ ਵਿਸ਼ੇਸ਼ਤਾ ਇਹ ਹੈ ਕਿ ਸਾਂਝੇਦਾਰਾਂ ਵਿਚਕਾਰ ਸਮਝੌਤਾ ਹੋਣਾ ਜ਼ਰੂਰੀ ਹੈ। ਇਹ ਸਮਝੌਤਾ ਲਿਖਿਤ ਜਾਂ ਮੌਖਿਕ ਹੋ ਸਕਦਾ ਹੈ। ਜਿੰਨੀ ਦੇਰ ਤੱਕ ਸਾਂਝੇਦਾਰਾਂ ਵਿੱਚ ਚੰਗੇ ਸੰਬੰਧ ਹਨ ਉਦੋਂ ਤੱਕ ਲਿਖਤੀ ਸਮਝੌਤੇ ਦੀ ਲੋੜ ਮਹਿਸੂਸ ਨਹੀਂ ਹੁੰਦੀ। ਸਾਂਝੇਦਾਰਾਂ ਵਿੱਚ ਝਗੜਾ ਹੋ ਸਕਦਾ ਹੈ। ਅਜਿਹੇ ਹਾਲਾਤਾਂ ਵਿੱਚ ਝਗੜੇ ਨੂੰ ਨਿਪਟਾਉਣ ਦੇ ਲਈ ਲਿਖਤੀ ਸਮਝੌਤਾ ਹੋਣਾ ਕਾਨੂੰਨੀ ਦਸਤਾਵੇਜ਼ ਹੈ। ਇਹ ਲਿਖਤੀ ਦਸਤਾਵੇਜ਼ ਸਾਂਝੇਦਾਰੀ ਇਕਰਾਰਨਾਮਾ ਅਖਵਾਉਂਦਾ ਹੈ। ਇਹ ਜ਼ਰੂਰੀ ਹੈ ਕਿ ਇਹ ਸਟਾਮ ਉੱਪਰ ਲਿਖਿਆ ਹੋਵੇ ਅਤੇ ਹਰੇਕ ਸਾਂਝੇਦਾਰ ਦੁਆਰਾ ਦਸਤਖਤ ਕੀਤੇ ਹੋਣ। ਪਿਆਰੇ ਵਿਦਿਆਰਥੀਓ, ਜਦੋਂ ਤੱਕ ਤਾਂ ਸਾਂਝੇਦਾਰਾਂ ਦੀ ਆਪਸ ਵਿੱਚ ਨਿਭੀ ਜਾਏ ਤਾਂ ਵਪਾਰ ਬੜਾ ਵਧੀਆ ਚੱਲਦਾ ਹੈ। ਸਪੋਜ਼ ਮੰਨ ਲਓ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਿਸਪਿਊਟ ਪੈਦਾ ਹੋ ਗਿਆ, ਤਾਂ ਜੇ ਡਿਸਪਿਊਟ ਪੈਦਾ ਹੋ ਜਾਏ, ਕੋਈ ਝਗੜਾ ਪੈਦਾ ਹੋ ਜਾਏ, ਤਾਂ ਉਸ ਝਗੜੇ ਦਾ ਮਸਲਾ ਹੱਲ ਕਰਨ ਦੇ ਲਈ ਇਹ ਚੰਗਾ ਮੰਨਿਆ ਜਾਂਦਾ ਹੈ ਕਿ ਬੈਟਰ ਮੰਨਿਆ ਜਾਂਦਾ ਹੈ ਕਿ ਉਹਨਾਂ ਦੇ ਵਿਚਕਾਰ ਇੱਕ ਲਿਖਤੀ ਸਮਝੌਤਾ ਹੋਵੇ। ਇਸ ਲਿਖਤੀ ਸਮਝੌਤੇ ਦੀ ਲੋੜ ਨੂੰ ਮਹਿਸੂਸ ਕਰਨ ਦੇ ਲਈ ਤਾਂ ਕਿ ਫਿਊਚਰ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਰੌਲਾ ਨਾ ਪਏ, ਤਾਂ ਪਾਰਟਨਰਸ਼ਿਪ ਨੂੰ ਇੱਕ ਲਿਖਤੀ ਰੂਪ ਦਿੱਤਾ ਜਾਂਦਾ ਹੈ ਜਿਸ ਨੂੰ ਅਸੀਂ ਲਿਖਤੀ ਦਸਤਾਵੇਜ਼ ਦੇ ਨਾਮ ਨਾਲ ਜਾਣਦੇ ਹਾਂ। ਇਹ ਇੱਕ ਲੀਗਲ ਡਾਕੂਮੈਂਟ ਦੇ ਉੱਪਰ ਸਟਾਮ ਦੇ ਉੱਪਰ ਲਿਖਿਆ ਜਾਂਦਾ ਹੈ ਅਤੇ ਹਰੇਕ ਸਾਂਝੇਦਾਰ ਇਸ ਦੇ ਉੱਪਰ ਸਾਈਨ ਕਰਦੇ ਹਨ ਅਤੇ ਇਸ ਨੂੰ ਪਾਰਟਨਰਸ਼ਿਪ ਡੀਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਇੰਗਲਿਸ਼ ਦੇ ਵਿੱਚ ਅਸੀਂ ਇਸ ਨੂੰ ਐਲੈਬੋਰੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਿੰਸ ਪਾਰਟਨਰਸ਼ਿਪ ਇਜ਼ ਦੀ ਆਊਟਕਮ ਆਫ ਐਨ ਐਗਰੀਮੈਂਟ, it is essential that there must be some terms and conditions agreed upon by all the partners. Such terms and conditions may be either oral or written. The law does not make it compulsory to have a written agreement. However, in order to avoid all misunderstandings and disputes, it is always the best course to have a written agreement duly signed and registered under the Act. Such a written document which contains the terms of agreement is called partnership deed. It is also called articles of partnership. ਪਿਆਰੇ ਵਿਦਿਆਰਥੀਓ, ਯਾਦ ਰੱਖਣਾ, ਇੱਕ ਨੰਬਰ ਦਾ ਕਈ ਵਾਰ ਕੁਐਸਚਨ ਆ ਜਾਂਦਾ ਹੈ, ਬੜਾ ਹੀ ਇੰਪੋਰਟੈਂਟ ਹੈ ਕਿ ਪਾਰਟਨਰਸ਼ਿਪ ਦਾ ਦੂਸਰਾ ਨਾਮ ਕੀ ਹੈ? ਆਰਟੀਕਲਸ ਆਫ ਪਾਰਟਨਰਸ਼ਿਪ। ਤਾਂ ਪਿਆਰੇ ਵਿਦਿਆਰਥੀਓ, ਇੱਥੋਂ ਸਾਨੂੰ ਕਲੀਅਰ ਹੋ ਗਿਆ ਕਿ ਮਿਸਅੰਡਰਸਟੈਂਡਿੰਗ ਅਤੇ ਡਿਸਪਿਊਟ ਨੂੰ ਦੂਰ ਕਰਨ ਦੇ ਲਈ ਜਦੋਂ ਅਸੀਂ ਰਿਟਨ ਐਗਰੀਮੈਂਟ ਕਰਦੇ ਹਾਂ ਔਰ ਸਾਰੇ ਪਾਰਟਨਰ ਉਹਦੇ ਉੱਪਰ ਸਾਈਨ ਕਰਦੇ ਹਨ ਤਾਂ ਪਿਆਰੇ ਵਿਦਿਆਰਥੀਓ ਉਸ ਨੂੰ ਪਾਰਟਨਰਸ਼ਿਪ ਡੀਡ ਜਾਂ ਆਰਟੀਕਲਸ ਆਫ ਪਾਰਟਨਰਸ਼ਿਪ ਕਿਹਾ ਜਾਂਦਾ ਹੈ। ਹੁਣ ਅਸੀਂ ਦੇਖਦੇ ਹਾਂ ਕਿ ਪਾਰਟਨਰਸ਼ਿਪ ਡੀਡ ਸ਼ੁੱਡ ਕੰਟੇਨ ਦੀ ਫੋਲੋਇੰਗ ਪੁਆਇੰਟਸ। ਇਸ ਦੇ ਵਿੱਚ ਕੀ ਕੀ ਪੁਆਇੰਟ ਹੁੰਦੇ ਹਨ? ਸਭ ਤੋਂ ਪਹਿਲਾਂ ਨੇਮ ਐਂਡ ਐਡਰੈਸ ਆਫ ਦੀ ਫਰਮ। ਜਿਹੜਾ ਅਸੀਂ ਰਿਟਨ ਐਗਰੀਮੈਂਟ ਕੀਤਾ ਉਹਦੇ ਵਿੱਚ ਕੀ ਕੀ ਲਿਖਿਆ ਜਾਂਦਾ ਹੈ? ਪਾਰਟਨਰਸ਼ਿਪ ਦਾ ਨਾਮ, ਪਾਰਟਨਰਸ਼ਿਪ ਐਡਰੈਸ, ਫਰਮ ਕਿੱਥੇ ਕੰਮ ਕਰ ਰਹੀ ਹੈ, ਕੀ ਪਲੇਸ ਹੈ, ਉਸ ਦਾ ਨਾਮ ਲਿਖਿਆ ਜਾਂਦਾ ਹੈ। ਨੇਮ ਐਂਡ ਐਡਰੈਸਿਸ ਆਫ ਦੀ ਪਾਰਟਨਰ, ਜਿਹੜੇ ਪਾਰਟਨਰਸ ਹਨ ਉਹਨਾਂ ਦੇ ਕੀ ਨਾਮ ਹਨ ਅਤੇ ਉਹਨਾਂ ਦੇ ਪਤੇ ਕੀ ਹਨ, ਉਹਨਾਂ ਦੇ ਐਡਰੈਸ ਕੀ ਹਨ। ਪਲੇਸ ਆਫ ਬਿਜ਼ਨਸ, ਕਾਰੋਬਾਰ ਦਾ ਸਥਾਨ ਕੀ ਹੈ, ਜਿਹੜਾ ਬਿਜ਼ਨਸ ਹੈ ਉਹ ਕਿਸ ਥਾਂ 'ਤੇ ਕੀਤਾ ਜਾ ਰਿਹਾ ਉਸ ਦਾ ਕੀ ਪਤਾ ਹੈ।
ਇਸ ਤੋਂ ਇਲਾਵਾ ਨੇਚਰ ਆਫ ਬਿਜ਼ਨਸ, ਕਾਰੋਬਾਰ ਦਾ ਸੁਭਾਅ ਕੀ ਹੈ, ਕਿਸ ਟਾਈਪ ਦਾ ਅਸੀਂ ਬਿਜ਼ਨਸ ਕਰ ਰਹੇ ਹਾਂ, ਉਹ ਵੀ ਵਿੱਚ ਲਿਖਣਾ ਪੈਂਦਾ ਹੈ ਕਿ ਅਸੀਂ ਆਹ ਵਾਲਾ ਕਾਰੋਬਾਰ ਕਰਾਂਗੇ। ਇਸ ਤੋਂ ਇਲਾਵਾ ਦੀ ਪਾਰਟਨਰਸ਼ਿਪ ਡੀਡ ਸ਼ੁੱਡ ਕੰਟੇਨ ਦੀ ਫੋਲੋਇੰਗ ਪੁਆਇੰਟਸ, ਅੱਗੇ ਹੋਰ ਕੀ ਨੇ, ਕੈਪੀਟਲ ਐਂਡ ਇੰਟਰਸਟ ਔਨ ਕੈਪੀਟਲ, ਹਰੇਕ ਪਾਰਟਨਰ ਕਿੰਨੀ ਪੂੰਜੀ ਲਾਏਗਾ, ਪੂੰਜੀ 'ਤੇ ਕਿੰਨਾ ਵਿਆਜ ਪਾਰਟਨਰਸ ਨੂੰ ਦੇਣਾ ਪਏਗਾ। ਇਸ ਤੋਂ ਇਲਾਵਾ ਡਰਾਇੰਗਸ ਐਂਡ ਇੰਟਰਸਟ ਔਨ ਡਰਾਇੰਗ, ਨਿੱਜ ਵਰਤੀ ਰਕਮ ਉੱਤੇ ਕਿੰਨਾ ਵਿਆਜ ਅਤੇ ਕਿੰਨੀਆਂ ਡਰਾਇੰਗਸ ਉਹ ਵੱਧ ਤੋਂ ਵੱਧ ਸਾਲ ਵਿੱਚ ਲੈ ਸਕਦੇ ਹਨ, ਇਹ ਸਾਰਾ ਕੁਝ ਪਾਰਟਨਰਸ਼ਿਪ ਡੀਡ ਵਿੱਚ ਲਿਖਿਆ ਜਾਂਦਾ ਹੈ। ਅੱਗੇ ਹੈ ਪਿਆਰੇ ਵਿਦਿਆਰਥੀਓ ਪ੍ਰੋਫਿਟ ਸ਼ੇਅਰਿੰਗ ਰੇਸ਼ੋ, ਲਾਭ ਵੰਡ ਅਨੁਪਾਤ ਕੀ ਹੋਏਗਾ, ਇਹ ਵੀ ਉਸ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਉਹ ਲਾਭ ਨੂੰ ਕਿਸ ਅਨੁਪਾਤ ਦੇ ਵਿੱਚ ਵੰਡਣਗੇ, ਕੀ ਉਹ ਬਰਾਬਰ ਵੰਡਣਗੇ, ਕੀ ਉਸ ਦੀ ਕੋਈ ਰੇਸ਼ੋ ਹੋਏਗੀ, ਇਹ ਸਾਰਾ ਕੁਝ ਡੀਡ ਵਿੱਚ ਲਿਖਿਆ ਜਾਂਦਾ ਹੈ। ਇਸ ਤੋਂ ਬਾਅਦ ਸੈਲਰੀ ਐਂਡ ਕਮਿਸ਼ਨ, ਕਿ ਕਿਹੜੇ ਪਾਰਟਨਰ ਨੂੰ ਕਿੰਨੀ ਸੈਲਰੀ ਮਿਲੇਗੀ, ਜੇ ਪਾਰਟਨਰ ਕੋਈ ਕੰਮ ਕਰੇਗਾ ਅਤੇ ਉਸ ਨੂੰ ਉਸ ਦੇ ਬਦਲੇ ਸੈਲਰੀ ਮਿਲੇਗੀ ਜਾਂ ਉਸ ਨੂੰ ਉਸ ਦੇ ਬਦਲੇ ਕਮਿਸ਼ਨ ਮਿਲੇਗਾ, ਇਹ ਸਾਰਾ ਕੁਝ ਡੀਡ ਦੇ ਵਿੱਚ ਭਲੀ ਭਾਂਤੀ ਲਿਖਿਆ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਿ ਮੰਨ ਲਓ ਅਸੀਂ ਪਾਰਟਨਰਸ਼ਿਪ ਡੀਡ ਨਹੀਂ ਲਿਖੀ ਹੋਈ, ਰੂਲਸ ਐਪਲੀਕੇਬਲ ਇਨ ਦੀ ਐਬਸੈਂਸ ਆਫ ਪਾਰਟਨਰਸ਼ਿਪ ਡੀਡ, ਸਾਂਝੇਦਾਰੀ ਦਸਤਾਵੇਜ਼ ਦੀ ਅਣਹੋਂਦ ਵਿੱਚ ਲਾਗੂ ਹੋਣ ਵਾਲੇ ਨਿਯਮ। ਮੰਨ ਲਓ ਅਸੀਂ ਪਾਰਟਨਰਸ਼ਿਪ ਡੀਡ ਨਹੀਂ ਕੀਤੀ, ਸਾਡਾ ਕੋਈ ਰਿਟਨ ਐਗਰੀਮੈਂਟ ਨਹੀਂ ਹੈ ਅਤੇ ਪਾਰਟਨਰ ਦੇ ਵਿੱਚ ਆਪਸ ਵਿੱਚ ਡਿਸਪਿਊਟ ਪੈਦਾ ਹੋ ਗਿਆ, ਰੌਲਾ ਪੈ ਗਿਆ, ਝਗੜਾ ਹੋ ਗਿਆ, ਮਿਸਅੰਡਰਸਟੈਂਡਿੰਗ ਹੋ ਗਈਆਂ, ਅਤੇ ਪਿਆਰੇ ਵਿਦਿਆਰਥੀਓ ਇਸ ਅਣਹੋਂਦ ਦੇ ਵਿੱਚ, ਸਾਂਝੇਦਾਰੀ ਦਸਤਾਵੇਜ਼ ਦੀ ਅਣਹੋਂਦ ਦੇ ਵਿੱਚ, ਐਬਸੈਂਸ ਆਫ ਪਾਰਟਨਰਸ਼ਿਪ ਡੀਡ ਦੇ ਵਿੱਚ ਕੀ ਹੋਏਗਾ ਕਿ ਹਰੇਕ ਪਾਰਟਨਰ ਨੂੰ ਬਰਾਬਰ ਲਾਭ ਮਿਲੇਗਾ, ਪ੍ਰੋਫਿਟ ਸ਼ੇਅਰਿੰਗ ਰੇਸ਼ੋ ਬਰਾਬਰ ਹੋਏਗੀ। ਨੰਬਰ 2 ਇੰਟਰਸਟ ਔਨ ਕੈਪੀਟਲ, ਪਿਆਰੇ ਵਿਦਿਆਰਥੀਓ ਜਿੰਨੇ ਵੀ ਪਾਰਟਨਰਸ ਨੇ ਪੂੰਜੀ ਲਗਾਈ ਹੈ ਉਸ ਨੂੰ ਸਾਂਝੇਦਾਰਾਂ ਨੂੰ ਪੂੰਜੀ ਉੱਪਰ ਵਿਆਜ ਪ੍ਰਾਪਤ ਕਰਨ ਦੀ ਕੋਈ ਆਗਿਆ ਨਹੀਂ ਹੈ, ਭਾਵ ਕਿਸੇ ਵੀ ਪਾਰਟਨਰ ਨੂੰ ਪੂੰਜੀ ਉੱਪਰ ਕੋਈ ਵਿਆਜ ਨਹੀਂ ਮਿਲੇਗਾ। ਅੱਗੇ ਆ ਗਿਆ ਜੀ ਇੰਟਰਸਟ ਔਨ ਡਰਾਇੰਗ, ਨਿੱਜ ਵਰਤੀ ਰਕਮ ਦੇ ਉੱਪਰ ਕਿਸੇ ਨੂੰ ਵੀ ਕੋਈ ਵਿਆਜ ਨਹੀਂ ਦੇਣਾ ਪਏਗਾ, ਨਾ ਹੀ ਉਹ ਕੈਪੀਟਲ ਉੱਪਰ ਵਿਆਜ ਲੈਣਗੇ ਔਰ ਨਾ ਹੀ ਸਾਂਝੇਦਾਰ ਨਿੱਜ ਵਰਤੀ ਰਕਮ ਉੱਪਰ ਵਿਆਜ ਦੇਣਗੇ। ਸੈਲਰੀ ਟੂ ਪਾਰਟਨਰ, ਕਿਸੇ ਵੀ ਸਾਂਝੇਦਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਸੈਲਰੀ ਨਹੀਂ ਮਿਲੇਗੀ, ਉਹ ਕਿਸੇ ਤਰ੍ਹਾਂ ਦੀ ਤਨਖਾਹ ਲੈਣ ਦਾ ਹੱਕਦਾਰ ਨਹੀਂ ਹੋਏਗਾ। ਇਸ ਤੋਂ ਬਾਅਦ ਹੈ ਇੰਟਰਸਟ ਔਨ ਲੋਨ, ਕਰਜ਼ ਉੱਪਰ ਵਿਆਜ। ਪਿਆਰੇ ਵਿਦਿਆਰਥੀਓ ਜੇਕਰ ਸਾਂਝੇਦਾਰ ਨੇ ਫਰਮ ਨੂੰ ਪੂੰਜੀ ਤੋਂ ਇਲਾਵਾ ਕੋਈ ਹੋਰ ਰਕਮ ਕਰਜ਼ੇ ਵਜੋਂ ਦਿੱਤੀ ਹੈ ਤਾਂ ਉਹ 6% ਸਾਲ ਦੀ ਦਰ ਦੇ ਨਾਲ ਵਿਆਜ ਲੈਣ ਦਾ ਹੱਕਦਾਰ ਹੈ। ਪਿਆਰੇ ਵਿਦਿਆਰਥੀਓ ਯਾਦ ਰੱਖਣਾ, ਮੰਨ ਲਓ ਕਿਸੇ ਪਾਰਟਨਰ ਨੇ ਫਰਮ ਨੂੰ ਕਰਜ਼ ਦਿੱਤਾ ਹੈ ਔਰ ਸਾਡੇ ਕੋਲ ਰਿਟਨ ਪਾਰਟਨਰਸ਼ਿਪ ਡੀਡ ਨਹੀਂ ਹੈ। ਹੁਣ ਸਾਡੇ ਕੋਲ ਰਿਟਨ ਪਾਰਟਨਰਸ਼ਿਪ ਡੀਡ ਨਹੀਂ, ਇੱਕ ਪਾਰਟਨਰ ਨੇ ਫਰਮ ਨੂੰ ਲੋਨ ਦੇ ਦਿੱਤਾ ਔਰ ਉਹਨਾਂ ਦਾ ਡਿਸਪਿਊਟ ਪੈਦਾ ਹੋ ਗਿਆ, ਤਾਂ ਸਾਡਾ ਇੰਡੀਅਨ ਪਾਰਟਨਰਸ਼ਿਪ ਐਕਟ 1932 ਇਹ ਕਹਿੰਦਾ ਹੈ ਕਿ ਇਨ ਕੇਸ ਐਨੀ ਡਿਸਪਿਊਟ ਜਾਂ ਇਨ ਕੇਸ ਐਬਸੈਂਸ ਆਫ ਪਾਰਟਨਰਸ਼ਿਪ ਡੀਡ, ਤਾਂ ਉਹ ਵਾਲਾ ਪਾਰਟਨਰ 6% ਦੀ ਦਰ ਦੇ ਨਾਲ ਕੀ ਲੈ ਸਕਦਾ ਹੈ, ਸਾਲਾਨਾ ਵਿਆਜ ਲੈਣ ਦਾ ਹੱਕਦਾਰ ਹੈ। ਤਾਂ ਅਸੀਂ ਇਹ ਕਰ ਰਹੇ ਹਾਂ ਕਿ ਇਨ ਕੇਸ ਐਬਸੈਂਸ ਆਫ ਪਾਰਟਨਰਸ਼ਿਪ ਡੀਡ ਹੈ ਤਾਂ ਪ੍ਰੋਫਿਟ ਹਮੇਸ਼ਾ ਬਰਾਬਰ ਵੰਡਿਆ ਜਾਏਗਾ, ਕੈਪੀਟਲ 'ਤੇ ਕਿਸੇ ਨੂੰ ਵਿਆਜ ਨਹੀਂ ਮਿਲੇਗਾ, ਡਰਾਇੰਗ 'ਤੇ ਕੋਈ ਵੀ ਪਾਰਟਨਰ ਵਿਆਜ ਪੇ ਨਹੀਂ ਕਰੇਗਾ, ਕਿਸੇ ਵੀ ਪਾਰਟਨਰ ਨੂੰ ਕੋਈ ਸੈਲਰੀ ਨਹੀਂ ਮਿਲੇਗੀ ਔਰ ਇਸ ਤੋਂ ਇਲਾਵਾ ਜੇਕਰ ਕਿਸੇ ਪਾਰਟਨਰ ਨੇ ਫਰਮ ਨੂੰ ਲੋਨ ਦਿੱਤਾ ਹੈ ਤਾਂ ਉਹ 6% ਸਾਲਾਨਾ ਦੀ ਦਰ ਨਾਲ
ਵਿਆਜ ਲੈਣ ਦਾ ਹੱਕਦਾਰ ਹੈ ਜੀ। ਇਸ ਗੱਲ ਨੂੰ ਅਸੀਂ ਧਿਆਨ ਵਿੱਚ ਰੱਖਣਾ ਹੈ। ਅਸੀਂ ਕੀ ਕਰ ਰਹੇ ਹਾਂ, ਰੂਲਸ ਐਪਲੀਕੇਬਲ ਇਨ ਦੀ ਐਬਸੈਂਸ ਆਫ ਪਾਰਟਨਰਸ਼ਿਪ ਡੀਡ। ਪਿਆਰੇ ਵਿਦਿਆਰਥੀਓ, ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਇਹ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ। ਇਸ ਨੂੰ ਅਸੀਂ ਹਮੇਸ਼ਾ ਯਾਦ ਰੱਖਣਾ ਹੈ, ਇਸ ਨੂੰ ਭੁੱਲਣਾ ਨਹੀਂ ਹੈ। ਇਸ ਤੋਂ ਇਲਾਵਾ ਨੈਕਸਟ ਹੈ ਐਡਮਿਸ਼ਨ ਆਫ ਏ ਨਿਊ ਪਾਰਟਨਰ। ਨਵੇਂ ਸਾਂਝੇਦਾਰ ਦਾ ਦਾਖਲਾ ਬਿਲਕੁਲ ਨਹੀਂ ਹੋ ਸਕਦਾ, ਕਿਉਂਕਿ ਸਾਡੇ ਕੋਲ ਪਾਰਟਨਰਸ਼ਿਪ ਡੀਡ ਦੀ ਐਬਸੈਂਸ ਹੈ। ਇਸ ਵਾਸਤੇ ਨਵੇਂ ਪਾਰਟਨਰ ਦਾ ਦਾਖਲਾ ਨਹੀਂ ਕੀਤਾ ਜਾ ਸਕਦਾ, ਯਾਨੀ ਕਿ ਨਵੇਂ ਪਾਰਟਨਰ ਨੂੰ ਫਰਮ ਦੇ ਵਿੱਚ ਅਲਾਓ ਨਹੀਂ ਕੀਤਾ ਜਾ ਸਕਦਾ। ਨੈਕਸਟ ਹੈ ਪਿਆਰੇ ਵਿਦਿਆਰਥੀਓ, ਈਚ ਪਾਰਟਨਰ ਕੈਨ ਪਾਰਟੀਸਪੇਟ ਇਨ ਦੀ ਕੰਡਕਟ ਆਫ ਬਿਜਨਸ। ਹਰੇਕ ਸਾਂਝੇਦਾਰ ਵਪਾਰ ਨੂੰ ਚਲਾਉਣ ਵਿੱਚ ਭਾਗ ਲੈ ਸਕਦਾ ਹੈ। ਮੰਨ ਲਓ 4 ਪਾਰਟਨਰ ਹਨ, ਉਹਨਾਂ ਦਾ ਆਪਸ ਵਿੱਚ ਡਿਸਪਿਊਟ ਪੈਦਾ ਹੋ ਗਿਆ। ਹੁਣ 2 ਪਾਰਟਨਰ ਕਹਿੰਦੇ ਨੇ ਕਿ ਅਸੀਂ ਬਾਕੀ 2 ਪਾਰਟਨਰਸ ਨੂੰ ਬਿਜ਼ਨਸ ਦੇ ਵਿੱਚ ਐਂਟਰ ਹੀ ਨਹੀਂ ਹੋਣ ਦੇਣਾ, ਤਾਂ ਜੀ ਇਹ ਬਿਲਕੁਲ ਰੋਂਗ ਹੈ। ਉਹਨਾਂ ਪਾਰਟਨਰਸ ਨੂੰ ਇਹ ਰਾਈਟ ਹੈ। ਇੰਡੀਅਨ ਪਾਰਟਨਰਸ਼ਿਪ ਐਕਟ 1932 ਇਹ ਅਲਾਓ ਕਰਦਾ ਹੈ ਕਿ ਇਨ ਕੇਸ ਐਨੀ ਡਿਸਪਿਊਟ ਉਹ ਪਾਰਟਨਰ ਵੀ ਬਿਜ਼ਨਸ ਦੇ ਵਿੱਚ ਪਾਰਟੀਸਪੇਟ ਕਰ ਸਕਦੇ ਹਨ, ਉਹਨਾਂ ਨੂੰ ਕਾਨੂੰਨਨ ਰੋਕਿਆ ਨਹੀਂ ਜਾ ਸਕਦਾ। ਨੈਕਸਟ ਹੈ ਜੀ, ਈਚ ਪਾਰਟਨਰ ਕੈਨ ਇੰਸਪੈਕਟ ਦੀ ਬੁੱਕਸ ਆਫ ਫਾਰਮ ਐਂਡ ਕੈਨ ਟੇਕ ਏ ਕਾਪੀ ਆਫ ਦੀ ਸੇਮ। ਪਿਆਰੇ ਵਿਦਿਆਰਥੀਓ, ਹਰੇਕ ਸਾਂਝੇਦਾਰ ਫਰਮ ਦੀਆਂ ਬਹੀਆਂ ਦੇਖ ਸਕਦਾ ਹੈ ਔਰ ਇਸ ਦੀ ਕਾਪੀ ਵੀ ਲੈ ਸਕਦਾ ਹੈ। ਹੁਣ ਮੰਨ ਲਓ ਪਾਰਟਨਰਸ ਦੇ ਆਪ ਵਿੱਚ ਡਿਸਪਿਊਟ ਹੋ ਗਿਆ, 3 ਪਾਰਟਨਰ ਇੱਕ ਪਾਸੇ ਨੇ, 1 ਪਾਰਟਨਰ ਇੱਕ ਪਾਸੇ ਹੈ। ਉਹ 3 ਕਹਿੰਦੇ ਨੇ ਕਿ ਅਸੀਂ ਇਸ ਨੂੰ ਬੁੱਕਸ ਦਿਖਾਉਣੀਆਂ ਹੀ ਨਹੀਂ, ਅਸੀਂ ਕੀ ਬਿਜ਼ਨਸ ਕਰ ਰਹੇ ਹਾਂ, ਨਾ ਹੀ ਅਸੀਂ ਇਸ ਨੂੰ ਕੋਈ ਕਾਪੀ ਦੇਣੀ। ਤਾਂ ਪਿਆਰੇ ਵਿਦਿਆਰਥੀਓ, ਸਾਡੇ ਕੋਲ ਪਾਰਟਨਰਸ਼ਿਪ ਐਕਟ ਇਹ ਕਹਿੰਦਾ ਹੈ ਕਿ ਜੇਕਰ ਸਾਡੇ ਕੋਲ ਪਾਰਟਨਰਸ਼ਿਪ ਡੀਡ ਨਹੀਂ ਹੈ, ਡਿਸਪਿਊਟ ਪੈਦਾ ਹੋ ਗਿਆ, ਤਾਂ ਹਰੇਕ ਪਾਰਟਨਰ ਨੂੰ, ਕੋਈ ਵੀ ਪਾਰਟਨਰ ਹੋਵੇ, ਉਹ ਸਾਰੀਆਂ ਬੁੱਕਸ ਨੂੰ 24 ਘੰਟੇ 24 ਆਵਰਸ ਆ ਕੇ ਕਦੀ ਵੀ ਚੈੱਕ ਕਰ ਸਕਦਾ ਹੈ, ਅਤੇ ਇਸ ਦੀ ਕੋਈ ਵੀ ਕਾਪੀ ਲੈਣੀ ਚਾਹੇ ਤਾਂ ਉਸ ਨੂੰ ਪੂਰਾ ਰਾਈਟ ਹੈ, ਉਹ ਪਿਆਰੇ ਵਿਦਿਆਰਥੀਓ ਕਾਪੀ ਲੈ ਸਕਦਾ ਹੈ। ਮੈਂ ਉਮੀਦ ਕਰਦਾ ਹਾਂ ਕਿ ਇਹ ਜਿਹੜਾ ਟੌਪਿਕ ਆਪਾਂ ਅੱਜ ਕਰਿਆ ਹੈ ਆਪ ਜੀ ਨੂੰ ਪੂਰੀ ਤਰ੍ਹਾਂ ਨਾਲ ਸਮਝ ਆ ਗਿਆ ਹੋਏਗਾ। ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਸਾਰਿਆਂ ਦਾ ਥੈਂਕਸ। ਜੈ ਹਿੰਦ।